सहज सुभाए दर्शन परसे आए गुरु का जन्म मरण दुख जाए होवे सिफत खसामदी नूर यार सोह कुर सोह चटिया तुद डिठे सच्चे पातशाह मल जन्म जन्म दी कटिया सज्जन सच्चा पातशाह सिर साहांद साहू जिस पास बैठिया सोहिया सबना दावे सा बाणी गुरु गुरु है बाणी विच बाणी अमृत सारे गुरबाणी कह सेवक जन मानन प्रतख गुरु निस्तारे सतनाम श्री वाहिगुरु साहिब जी। श्री राग महला तीजा। अमृत छोड़ बिखया लो बाणे सेवा करे विडाणी अपना धर्म गवावह बूझह नाही आन दिन दुख विहाणी अमृत छोड़ बिखया लो बाणे सेवा करह विडाणी अपना धर्म गवावह बूझह नाही आन दिन दुख विहाणी। वाहिगुरु जी का खालसा वाहिगुरु जी की फतेह। सतगुरु दी साची नवाजी होई गुरु की साध संगत जीओ। सतगुरां दी अपार किरपा बख्शिश दा सदका सजे होए सुंदर दीवान दियां हाजरियां भरदियां होइयां सतगुरु दे दर घर दे महान कीर्तनीए गुरमुख प्यारियां दी रसना द्वारा इलाही गुरबाणी दे कीर्तन सरवण करके निहाल हो रहे सन। सतगुरु दी ए महान रहमत बख्शिश दा सदका है। धन गुरु अर्जन देव जी महाराज जिन्हां दे सत्कारयोग माता जी माता भानी जी ने अपने साहिबजादे नूं जो आसीस बख्शी है उसका कीर्तन गुरमुख प्यारे सरवण करवा रहे सन। धन गुरु गरीब नवाज सतगुरु रामदास महाराज जिन्हां सतगुरां दा लाहौर की धरती ते चूना मंडी लाहौर 1591 विक्रमी कतकवदी दूज नूं हजूर दा अवतार होया और छोटी अवस्था च माता पिता का साया सिर तो उठ जाना गोविंदवाल पहुँच करके महान सेवा च जुटना 1610 विच सतगुरु अमरदास महाराज ने अपनी सपुत्री बीबी भानी की शादी गुरु रामदास महाराज दे नाल करनी। 1615 विच वड्डे साहिबजादे बाबे पिरथी चंद जी का जन्म होना। 1618 विच बाबा महादेव जी का जन्म होया। 1620 विच विसाख के महीने धन गुरु अर्जन देव जी महाराज जी का अवतार होया। छोटी जी हजूर की अवस्था से आप गोडड़ियां रिढ़िया करते कोठड़ी साहब वाला पावन पवित्र स्थान गोइंदवाल की धरती गुरुद्वारा चुबारा साहब है
ਅਸਥਾਨ ਹੁਣ ਤੱਕ ਉੱਥੇ ਮੌਜੂਦ ਹੈ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕੋਠੜੀ ਸਾਹਿਬ ਦੇ ਅੰਦਰ ਬੈਠ ਕੇ ਸਮਾਧੀ 'ਚ ਸਥਿਤ ਹੋਇਆ ਕਰਦੇ। ਕਈ ਕਈ ਘੰਟੇ ਆਪੇ ਜਪੋ ਆਪਣਾ ਜਾਪ ਵਿੱਚ ਲਿਵਲੀਨ ਰਿਹਾ ਕਰਦੇ। ਹੁਕਮ ਸੀ ਕਿ ਜਿੰਨਾ ਚਿਰ ਅਸੀਂ ਸਮਾਧੀ ਲਾਉਣੀ ਹੋਵੇ ਸਥਿਤ ਰਹੀਏ। ਕੋਈ ਮਾਈ ਕੋਈ ਭਾਈ ਕੋਈ ਬੱਚਾ ਅੰਦਰ ਨਹੀਂ ਆ ਸਕਦਾ। ਹਜੂਰ ਆਪ ਸਮਾਧੀ ਵਿੱਚ ਲਿਵਲੀਨ ਸਨ। ਮਾਤਾ ਭਾਨੀ ਜੀ ਸਤਿਗੁਰੂ ਪਿਤਾ ਜੀ ਦਾ ਲੰਗਰ ਤਿਆਰ ਕਰ ਰਹੇ ਹਨ। ਸਾਹਿਬਜ਼ਾਦੇ ਵਿਹੜੇ ਵਿੱਚ ਗੋਡੜੀਆਂ ਰਿੜ੍ਹਦੇ ਰਿੜ੍ਹਦੇ ਕੋਠੜੀ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ, ਅੰਦਰ ਜਾ ਦਾਖਲ ਹੋਏ। ਪਾਵੇ ਨੂੰ ਹੱਥ ਪਾਇਆ ਤੇ ਬਾਹੀ ਨੂੰ ਫੜ ਲਿਆ। ਉਸ ਸਮੇਂ ਮਾਤਾ ਭਾਨੀ ਜੀ ਨੂੰ ਜਦੋਂ ਪਤਾ ਲੱਗਾ ਦੌੜ ਕੇ ਅੰਦਰ ਗਏ। ਸਤਿਗੁਰੂ ਪਿਤਾ ਜੀ ਨਾਰਾਜ਼ ਹੋਣਗੇ। ਜਦੋਂ ਸਾਹਿਬਜ਼ਾਦੇ ਨੂੰ ਫੜਨ ਵਾਸਤੇ ਅੰਦਰ ਗਏ ਤਾਂ ਆਗਿਆ ਸਤਿਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਪੁੱਤਰੀ ਇਹਨਾਂ ਨੂੰ ਸਾਡੇ ਪਾਸ ਰਹਿਣ ਦਿਓ। ਬੀਬੀ ਭਾਨੀ ਜੀ ਵਾਪਸ ਮੁੜ ਆਏ। ਸਤਿਗੁਰੂ ਗਰੀਬ ਨਵਾਜ ਨੇ ਬਾਹੀ ਨੂੰ ਫੜ ਕੇ ਐਸੀ ਕਿਲਕਾਰੀ ਮਾਰੀ ਸੀ, ਨਾਨੇ ਸਤਿਗੁਰੂ ਦੀ ਸਮਾਧੀ ਖੁੱਲ ਗਈ। ਔਰ ਉਸ ਸਮੇਂ ਪਲੰਘੇ ਤੇ ਚੜ੍ਹਨਾ ਚਾਹੁੰਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਦੋਹਾਂ ਡੌਲਿਆਂ ਤੋਂ ਫੜ ਕੇ, ਜਿਵੇਂ ਕਿਸੇ ਵਸਤੂ ਕਿਸੇ ਵਜਨ ਭਾਰ ਨੂੰ ਜੋਖੀਦਾ ਹੈ, ਇਉਂ ਦੋਹਾਂ ਡੌਲਿਆਂ ਤੋਂ ਫੜ ਕੇ ਕਿਹਾ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ। ਇਹ ਸਾਡੇ ਦੋ ਤੇ ਭਾਰੀ ਗੁਰੂ ਸੰਸਾਰ ਵਿੱਚ ਹੋਣਗੇ। ਧੁਰ ਕੀ ਬਾਣੀ ਦਾ ਜਹਾਜ਼ ਰਚਣਗੇ, ਅਦੁੱਤੀ ਬੇਮਿਸਾਲ ਕੁਰਬਾਨੀ ਕਰਨਗੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਇਹ ਬਚਨ ਹੈ। ਕੋਈ ਸਮੇਂ ਤੋਂ ਬਾਅਦ ਸਤਿਗੁਰੂ ਆਪ ਗੋਡੜੀਆਂ ਰਿੜ੍ਹਦੇ ਬਾਹਰ ਆਏ। ਜਦੋਂ ਵੱਡੇ ਹੋਏ ਉਸ ਸਮੇਂ ਵੀ ਮਾਤਾ ਭਾਨੀ ਨੇ ਪੁੱਛਿਆ ਸੀ, ਜਦੋਂ ਆਪਣੇ ਪਿਤਾ ਨਾਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਗਏ ਸੀ, ਸਾਡੇ ਪਿਤਾ ਜੀ ਪਾਸ, ਦੱਸੋ ਕੀ ਵਾਰ ਲੈ ਕੇ ਆਏ ਸੀ? ਉਸ ਵੇਲੇ ਬਚਨ ਫਰਮਾਏ ਸੀ। ਗੂਜਰੀ ਰਾਗ ਦੇ ਇਹ ਦੋ ਸ਼ਬਦ ਨੇ। ਪਹਿਲਾ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ, ਮਾਈ ਖਾਟ ਆਇਓ ਘਰ ਪੂਤਨ, ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਨ। ਹੇ ਮੇਰੇ ਮਾਤਾ ਜੀ, ਮੈਂ ਖੱਟੀ ਖੱਟ ਕੇ ਆਇਆ ਹਾਂ। ਨਾਨੇ ਸਤਿਗੁਰਾਂ ਤੋਂ ਇਹ ਮਹਾਨ ਵਰਦਾਨ ਲੈ ਕੇ ਆਇਆ ਹੈ। ਉਹਨਾਂ ਨੇ ਕਿਹਾ ਕਿ ਦੋਹੇ ਥਾ ਬਾਣੀ ਕਾ ਬੋਹੇ ਥਾ। ਭਾਰੀ ਗੁਰੂ ਸੰਸਾਰ ਵਿੱਚ ਹੋਵੋਗੇ, ਧੁਰ ਕੀ ਬਾਣੀ ਦਾ ਜਹਾਜ਼ ਰਚੋਗੇ, ਕੁਰਬਾਨੀ ਕਰੋਗੇ। ਇਹ ਵਰਦਾਨ ਲੈ ਕੇ ਆਇਆ ਹਾਂ। ਬੀਬੀ ਭਾਨੀ ਜੀ ਉਸ ਵੇਲੇ ਕਹਿਣ ਲੱਗੇ, ਹੇ ਸਾਹਿਬਜ਼ਾਦੇ, ਨਾਨੇ ਸਤਿਗੁਰੂ ਗਰੀਬ ਨਵਾਜ ਮਹਾਨ ਪਰਉਪਕਾਰੀ ਸਤਿਗੁਰੂ ਹਨ। ਗੁਰੂ ਨਾਨਕ ਸਾਹਿਬ ਦਾ ਤੀਸਰਾ ਸਰੂਪ ਹਨ। ਔਰ ਉਹਨਾਂ ਸਤਿਗੁਰਾਂ ਨੇ ਇਹ ਰਹਿਮਤ ਬਖਸ਼ ਤੇਰੇ ਉੱਪਰ ਕੀਤੀ ਹੈ। ਮੈਂ ਇੱਕ ਮਾਂ ਹਾਂ ਤੇ ਮਾਂ ਦਾ ਕੰਮ ਹੁੰਦਾ ਬੱਚੇ ਨੂੰ ਅਸੀਸ ਦੇਣੀ। ਮੈਂ ਆਪਣੀ ਦਿਲ ਦੀ ਗਹਿਰਾਈ ਵਿੱਚੋਂ ਅਸੀਸ ਦੇਣੀ ਹੈ। ਉਸ ਅਸੀਸ ਦੇ ਬਚਨ ਕੀਰਤਨ ਰਾਹੀਂ ਸੁਣ ਰਹੇ ਸਾਂ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਉ ਹਰ ਹਰ, ਸਦਾ ਭਜੋ ਜਗਦੀਸ਼। ਮੈਂ ਤੇਰੀ ਮਾਂ ਤੈਨੂੰ ਅਸੀਸ ਦੇਣੀ ਹੈ ਪੁੱਤਰ। ਨਿਮਖ ਮਾਤਰ ਵੀ ਤੈਨੂੰ ਵਾਹਿਗੁਰੂ ਨਿਰੰਕਾਰ ਕਦੇ ਭੁੱਲੇ ਨਾ। ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਤੂੰ ਜੁੜਿਆ ਰਵੇਂ। ਹੇ ਪੁੱਤਰ, ਮੇਰੀ ਅਸੀਸ ਹੈ ਤੈਨੂੰ। ਸਤਿਗੁਰ ਤੁਮ ਕਉ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਵਾਹਿਗੁਰੂ ਪਰਮੇਸ਼ਰ ਤੇਰੀ ਪੈਜ ਪ੍ਰਤੱਗਿਆ ਰੱਖੇ। ਗੁਰੂ ਦੇ ਪਿਆਰੇ ਗੁਰਸਿੱਖਾਂ ਨਾਲ ਤੇਰੀ ਪ੍ਰੀਤ ਬਣੀ ਸਾਂਝ ਬਣੀ ਰਵੇ। ਸਤਿਗੁਰੂ ਦੀ ਸਦਾ ਵਾਸਤੇ ਤੇਰੇ ਤੇ ਦਇਆਲਤਾ ਕਿਰਪਾਲਤਾ ਬਣੀ ਰਵੇ।
मैं तेरी मां तैनूं ਇਹ ਆਸੀਸ ਦਿੰਦੀ ਹਾਂ। ਮਾਵਾਂ ਦੀ ਮਾਪਿਆਂ ਦੀਆਂ ਸੀਸਾਂ ਬੱਚੇ ਨੂੰ ਜ਼ਿੰਦਗੀ ਭਰ ਕੰਮ ਆਉਂਦੀਆਂ ਹਨ। ਮਾਂ ਭਾਨੀ ਦੀ ਮਿਲੀ ਹੋਈ ਆਸੀਸ ਤੁਸੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜ੍ਹ ਕੇ ਕਦੇ ਵੇਖੋ। ਐਸੀ ਮਾਤ ਭਾਨੀ ਦੀ ਬਖਸ਼ੀ ਹੋਈ ਆਸੀਸ, ਮਿਲੀ ਹੋਈ ਆਸੀਸ ਹੈ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਮ ਜ਼ਿੰਦਗੀ ਵਿੱਚ ਤਾਂ ਵਾਹਿਗੁਰੂ ਦਾ ਚੇਤਾ ਕੀ ਭੁੱਲਣਾ ਸੀ, ਤਤੀ ਤਵੀ ਤੇ ਬੈਠ ਕੇ ਵੀ ਵਾਹਿਗੁਰੂ ਦੀ ਯਾਦ ਭੁੱਲੀ ਨਹੀਂ। ਉਬਲਦੀ ਦੇਗ ਵਿੱਚ ਬੈਠਿਆਂ ਵੀ, ਤੱਤਾ ਰੇਤਾ ਸੀਸ ਵਿੱਚ ਪੈਂਦਿਆਂ ਹੋਇਆਂ ਵੀ ਵਾਹਿਗੁਰੂ ਦਾ ਸਿਮਰਨ ਕਰੇ ਭੁੱਲਿਆ ਨਹੀਂ। ਔਰ ਐਸੇ ਨਿਰਵੈਰ ਸਤਿਗੁਰੂ ਤਤੀ ਤਵੀ ਤੇ ਬੈਠ ਕੇ, ਉਬਲਦੀ ਦੇਗ ਵਿੱਚ ਬੈਠ ਕੇ ਵੀ ਇਹੀ ਬਚਨ ਕਿਹਾ ਵੀ ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। दूर परायो मन का बिरहा, ता मेल कियो मेरे राजन। बिसर गई सब तात पराई, जब ते साध संगत मोहे पाई। ना को बैरी नहीं बिगाना, सगल संग हमको बन आई। तेरा किया मीठा लागै, हर नाम पदार्थ नानक मांगै। ऐसे महान ने गुरु अर्जन देव। ਕਿਸੇ ਸਿੱਖ ਦੀ ਸਿੱਖੀ ਪਰਖਣੀ ਹੋਵੇ ਤੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਉਹਦੇ ਵਿਆਹ ਸ਼ਾਦੀ ਵਿੱਚ ਤੁਸੀਂ 10 ਮਿੰਟ ਹਾਜ਼ਰੀ ਲਵਾ ਆਓ, ਤੁਹਾਨੂੰ ਉਹਦੀ ਸਿੱਖੀ ਦਾ ਪਤਾ ਲੱਗ ਜਾਵੇਗਾ ਵੀ ਇਹ ਸਿੱਖ ਕਿੱਥੇ ਕਿ ਜੇ ਖਲੋਤਾ ਹੈ। ਵੱਡੇ ਵੱਡੇ ਜਿਹੜੇ ਸਿੱਖ ਸਾਡਾ ਭਾਈਚਾਰਾ ਸਦਾਉਂਦੇ ਨੇ, ਜਦੋਂ ਵਿਆਹਾਂ ਸ਼ਾਦੀਆਂ ਦਾ ਟਾਈਮ ਆਉਂਦਾ ਸਭ ਹਥਿਆਰ ਸਿੱਟ ਜਾਂਦੇ ਹਨ। ਪਹਿਲੀ ਗੱਲ ਤਾਂ ਆਪ ਹੀ ਵਿੱਚ ਤੰਤ ਹੁੰਦਾ, ਤੇ ਜੇ ਕੋਈ ਮਾੜੀ ਮੋਟੀ ਕਸਰ ਰਹਿ ਜੇ ਉਹ ਬੀਬੀਆਂ ਫਿਰ ਸਾਰੇ ਘਾਟੇ ਵਾਧੇ ਪੂਰੇ ਕਰ ਦਿੰਦੀਆਂ ਹਨ। ਮਰਿਆਦਾ ਦੀਆਂ ਫਿਰ ਧੱਜੀਆਂ ਉੜਦੀਆਂ ਵੇਖੀ ਦੀਆਂ ਨੇ, ਧੱਜੀਆਂ ਜਿਹੜੇ ਕਹਿੰਦੇ ਸੀ ਸਾਡੇ ਵਰਗਾ ਗੁਰਸਿੱਖ ਨਹੀਂ ਲੱਭ ਸਕਦਾ। ਪਰ ਕਦੇ ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹ ਕੇ ਵੇਖੋ ਪਿਆਰਿਓ। ਸਾਡੇ ਮਾਤ ਗੰਗਾ ਜੀ ਨੂੰ ਜਦੋਂ ਵਿਆਹੁਣ ਵਾਸਤੇ ਮਾਓ ਨਗਰ ਫਲੌਰ ਦੇ ਨੇੜੇ ਜਦੋਂ ਵਿਆਹੁਣ ਵਾਸਤੇ ਗਏ, ਇਤਿਹਾਸਕ ਸਾਖੀ ਲੰਬੀ ਇੰਨਾ ਸਮਾਂ ਨਹੀਂ ਹੁੰਦਾ ਹੈ। ਉਸ ਵੇਲੇ ਭਾਵੇਂ ਪਿੰਡ ਦਿਆਂ ਨੇ ਕੋਈ ਕੁਟਲ ਨੀਤੀ ਕੀਤੀ, ਹਜੂਰ ਦੇ ਗੁਰਬਲਾਸ ਵਿੱਚ ਬਚਨ ਆਉਂਦੇ ਨੇ ਤੇ ਕਿਹਾ ਸੀ ਜਦੋਂ ਫਲਾਹੀ ਦਾ ਬਿਰਛ ਦਾ ਬੂਟਾ ਥੱਲੇ ਸੀ, ਫਲਾਹ ਦਾ ਤੇ ਉੱਪਰੋਂ ਕਿੱਲੇ ਦੀ ਸ਼ਕਲ ਘੜੀ ਹੋਈ ਸੀ ਵੀ ਇਹ ਕਿੱਲਾ ਪੁੱਟ ਜਾਵੇ ਜਿਹੜਾ, ਉਹਨੂੰ ਅਸੀਂ ਡੋਲਾ ਦੇ ਦਿੰਦੇ ਹਾਂ। ਜੇ ਨਾ ਕੋਈ ਕਿੱਲਾ ਪੁੱਟ ਸਕੇ ਤੇ ਸਾਡੇ ਤੇ ਨਾਰਾਜ਼ਗੀ ਜ਼ਾਹਰ ਨਾ ਕਰੇ। ਹਜੂਰ ਨੇ ਜਦੋਂ ਕਿੱਲਾ ਫੰਡਿਆ, ਉਹ ਥੱਲਿਓਂ ਕਰੜ ਕਰੜ ਕਰਦੀਆਂ ਜੜਾਂ ਉੱਪਰ ਨੂੰ ਆਈਆਂ। ਬਚਨ ਫਰਮਾਏ ਸੀ, ਮਾਹੋ ਮਾਰੀ ਕਰਤਾਰ ਵਿੱਚ ਵਸਦੇ ਸਭ ਝੂਠੇ। ਸਿਰੀ ਇਹਨਾਂ ਦੇ ਟੋਪੀਆਂ ਹੱਥ ਫੜ ਲੈ ਠੂਠੇ। ਇਹਨਾਂ ਅੱਖਰਾਂ ਨੂੰ ਜਦੋਂ ਸਾਡੇ ਮਾਤ ਗੰਗਾ ਜੀ ਨੇ ਵਾਚਿਆ, ਹਜੂਰ ਤੋਂ ਮੁਆਫੀ ਮੰਗਣ ਵਾਸਤੇ ਆਏ। ਸਤਿਗੁਰਾਂ ਨੇ ਕਿਹਾ ਸੀ ਨਗਰ ਤਾਂ ਇਹ ਦੁਬਾਰਾ ਵਸੇਗਾ, ਪਰ ਇੱਕ ਵਾਰ ਉਜੜੇਗਾ ਜ਼ਰੂਰ, ਦੁਬਾਰਾ ਵਸ ਜਾਵੇਗਾ। ਇਹ ਠੂਠੇ ਫੜ ਕੇ ਹੁਣ ਮੰਗਤੇ ਬਣ ਕੇ ਮੰਗਣਗੇ ਨਹੀਂ, ਵੱਡੇ ਵੱਡੇ ਉਹਦੇ ਮੁਰਾਤਬਿਆਂ ਦੇ ਇੱਥੋਂ ਦੇ ਲੋਕ ਰਹਿਣਗੇ। ਇਹ ਬਚਨ ਅਸੀਂ ਵਾਪਸ ਲੈ ਲੈਂਦੇ ਹਾਂ, ਪਰ ਨਗਰ ਜ਼ਰੂਰ ਵਸੇਗਾ ਦੁਬਾਰਾ। ਸੋ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਦੀ ਜਦੋਂ ਸ਼ਾਦੀ ਹੋਈ, ਉਸ ਵੇਲੇ ਪਲੰਘੇ ਦੇ ਉੱਪਰ ਬਿਠਾਇਆ ਤੇ ਆਮ ਹੀ ਰਿਵਾਜ ਹੁੰਦਾ ਸੀ ਲਾੜੇ ਨੂੰ ਪਲੰਘੇ ਤੇ ਬਿਠਾਉਣਾ। ਤੇ ਜਿਹੜੀਆਂ ਹੁੰਦੀਆਂ ਸਖੀਆਂ ਸਹੇਲੀਆਂ ਵਿਆਹੁਣ ਵਾਲੀ ਬੀਬੀ ਦੀਆਂ, ਉਹ ਫਿਰ ਲਾੜੇ ਦੇ ਚੁਫੇਰੇ ਹੋ ਕੇ ਭੈੜੀਆਂ ਬੋਲੀਆਂ ਪਾਉਣੀਆਂ, ਗੰਦੇ ਗੀਤ ਗਾਉਣੇ ਤੇ ਲਾੜੇ ਨੂੰ ਵੀ ਕਹਿਣਾ ਵੀ ਕੋਈ ਛੰਦ ਸੁਣਾਓ, ਛੰਦ ਹੈ। ਭੈੜੇ ਤੋਂ ਭੈੜੇ ਗੰਦੇ ਗੀਤਾਂ ਦੇ ਟੱਪੇ ਧੀਆਂ ਭੈਣਾਂ ਨੂੰ ਸੁਣਾਉਂਦੇ ਨੇ। ਹੁਣ ਤਾਂ ਰਿਵਾਜ ਗੁਰੂ ਕੀ ਕਿਰਪਾ ਨਾਲ ਬੰਦ ਹੋ ਗਿਆ ਹੈ। ਭੈੜੇ ਭੈੜੇ ਗੀਤਾਂ ਦੇ ਬੋਲ ਬੋਲ ਕੇ ਸੁਣਾਉਣੇ। ਜਦੋਂ ਸਾਡੇ ਸਤਿਗੁਰੂ ਅਰਜਨ ਸਾਹਿਬ ਜੀ ਨੂੰ ਪਲੰਘੇ ਤੇ ਉੱਪਰ ਬਿਠਾਇਆ ਹੋਇਆ, ਮਾਤ ਗੰਗਾ ਦੀਆਂ ਸਹੇਲੀਆਂ ਇਕੱਠੀਆਂ ਹੋਈਆਂ, ਛੋਟੀ ਭੈਣ ਬੀਬੀ ਹਰਹਾਨ ਸਤਿਗੁਰਾਂ ਦੇ ਕੋਲ ਆ ਕੇ ਕਿਹਾ ਵੀ ਤੁਸੀਂ ਸਾਡੇ ਭੈਣ ਜੀ ਨੂੰ ਵਿਆਹੁਣ ਆਏ ਹੋ
सानू कोई छंद सुना के जाओ, कोई छंद सुनाओ। दुनिया दे मनुख दा विगड़िया होया जीवन भैड़ियां बोलियां सुनाउंदा है, पर पंजवें बापू धन गुरु अर्जन साहब बैठे हुए पलंगे ते साडे माता जी नूं विआउण गए। उस वेले भी वाहिगुरू दी याद भुल्ली नहीं। बीबी हरहां नूं संबोधन करके हजूर ने फुनहे दी बाणी फरमाई, जिस दियां पहलियां तुकां ने हाथ कलम अगम मस्तक लिखावती, उर्ज रहियो सब संग अनूप रूपावती, उस्तत कहण न जाए मुखों तुहारिया, मोही देख दर्श नानक बलिहारिया। ਉਹਦੇ ਵਿੱਚ बचन करदिया हजूर ने फरमाया सी, हरहां नैन ना देख है साध से नैन बिहालिया, करण न सुनही नाद करण मुंद घालिया, रसना जपै ना नाम तिल तिल कर कटिया, हर हां जब बिसरै गोबिंद राय, दिनों दिन घटिया। जिन्हां नेत्रां नाल मेरे गुरु दे दीदार नहीं हुंदे, ਜਿਹੜੀ ਰਸਨਾ ਵਾਹਿਗੁਰੂ ਦਾ ਸਿਮਰਨ ਦੀ ਉਚਾਰਨ ਕਰਦੀ ਤੇ ਕੰਨ ਸੁਣਦੇ ਨਹੀਂ, ਨਾ ਉਸ ਜ਼ੁਬਾਨ ਦਾ ਲਾਭ ਹੈ ਤੇ ਨਾ ਕੰਨਾਂ ਦਾ, ਸਤਿਗੁਰੂ ਕਹਿਣਗੇ, ਤੇ ਨਾ ਅੱਖਾਂ ਰੱਖਣ ਦਾ ਕੋਈ ਲਾਭ ਹੈ। ਤਿਲ ਤਿਲ ਕਰਕੇ ਜ਼ੁਬਾਨ ਕੱਟੀ ਜਾਵੇ, ਜਿਹੜੀ ਜ਼ੁਬਾਨ ਵਾਹਿਗੁਰੂ ਦਾ ਜਸ ਨਹੀਂ ਉਚਾਰਦੀ। ਵਿਆਹ ਵੇਲੇ ਵੀ ਪ੍ਰਭੂ ਦੀ ਯਾਦ, ਲੋਕਾਂ ਨੂੰ ਰੱਬ ਭੁੱਲਾ ਹੁੰਦਾ ਹੈ, ਤੇ ਧੰਨ ਗੁਰੂ ਅਰਜਨ ਸਾਹਿਬ ਉੱਥੇ ਵੀ ਪ੍ਰਮਾਤਮਾ ਦੀ ਯਾਦ। ਐਸੇ ਹਜੂਰ ਸੱਚੇ ਪਾਤਸ਼ਾਹ ਨੂੰ ਮਾਤ ਭਾਨੀ ਨੇ ਆਸੀਸ ਦਿੱਤੇ, ਨਿਮਖ ਨਾ ਬਿਸਰੋ ਤੁਮ ਕਉ ਹਰ ਹਰ, ਸਦਾ ਭਜੋ ਜਗਦੀਸ਼। ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਯਾਦ, ਹਰ ਵੇਲੇ ਵਾਹਿਗੁਰੂ ਦਾ ਨਿਰੰਕਾਰ ਦਾ ਸਿਮਰਨ ਹੈ। ਭੱਟਾਂ ਨੇ ਤੇ ਇੱਥੋਂ ਤੱਕ ਵੀ ਕਿਹਾ, ਸਤਿਗੁਰੂ ਤੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। और सच्चे पातशाह तू तै जन्मत गुरमत ब्रह्म पछाणियो। जन्म तो लैके सच्चे पातशाह तुसी ज्यों अवतार धारिया, ब्रह्म स्वरूप परमेश्वर की पछाण की, वाहिगुरू की याद में जुड़े रहते हो। हे गुरु अर्जन साहब, आप जी का अवतार कोई साधारण गल नहीं, निरंकार का स्वरूप हरि का स्वरूप धार के आए हो। धरन गगन नव खंड है, जोत स्वै रूपी रहो पहारै, पन मथुरा कछ भेद नहीं, गुर अर्जन परतख हर। ऐसे महान हो गुरु अर्जन साहब तुसी। 1620 विच आप जी का अवतार होया। 1638 बिक्रम च धन गुरु रामदास महाराज गोइंदवाल की धरती ते आप ज्योति जोर समाउण तो पहला गुरता गद्दी गुरु अर्जन साहब जी नूं बख्शी। आप ज्योति जोर समाए 1638 बिक्रमी च सतगुरु अर्जन साहब गुरता गद्दी ते सुभायमान होए। 1643 विच हजूर ने अमृतसर की धरती ते पहले सरोवर की सेवा आरंभ करवाई, जिस नूं संतोख सर दा सरोवर कहा जाता है। 1643 विच हजूर ने सेवा आरंभ करवाई। 1645 विच हजूर ने अमृत सरोवर की सेवा आरंभ करवाई। 1647 विच हजूर ने तरन ताਰਨ सरोवर की सेवा करवाई, जिहड़ा सारे सरोवरां चों वड्डा सरोवर है। 1600 हजूर सच्चे पातशाह जी ने 50 विच दुआबे की संगत, डल्ला निवासी संगत की बेनती प्रवान करके हजूर ने डल्ले जा चरण पाए। बड़ा सतसंगत का रौं चलिया, गुरु के दर्शन दीदार करने वास्ते, पवित्र उपदेश लैन वास्ते संगतां हजूर के पास आउंदियां। जलंधर का सूबा अजीम खां पठान भी दर्शन करने वास्ते हाजिर होया। जदों ने गुरु के लंगर अतुट वरतदे ते गुरु शब्द के भंडारे वरतदे वेखे, हथ जोड़ के बेनती की, सतगुरु जी दुआबे की धरती में भी अपने चरण पाउण दी कोई मिठी यादगार स्थापित करो। जलंधर के सूबे अजीम खां की बेनती नूं प्रवान करदियां होइयां सतगुरां ने एक मोहरी गड्डी ते नगर वसाया 1650 विच, जिस नूं करतारपुर कह के अज भी याद करते हैं, जिस बारे बचन कहे भी करतारपुर करता वसै संतन कह पास। करतारपुर हजूर ने वसाया। 1651 विच हजूर वापस अमृतसर साहब आए। पिरथी चंद बहुती ईर्खा करदा वेखिया।
ਹਜੂਰ ਸੱਚੇ ਪਾਤਸ਼ਾਹ ਉਹਨਾਂ ਦਿਨਾਂ 'ਚ ਆਪ ਪਰਿਵਾਰ ਸਮੇਤ ਅੰਮ੍ਰਿਤਸਰ ਸਾਹਿਬ ਛੱਡ ਕੇ ਪਰੇ ਵਡਾਲੀ ਨਗਰ ਹੈ, ਉੱਥੇ ਪਰਿਵਾਰ ਸਮੇਤ ਹਜੂਰ ਜਾ ਪਹੁੰਚੇ। ਉੱਥੇ ਰਹਿੰਦਿਆਂ ਹੋਇਆਂ ਜਿਹੜੀ ਸਧਾਰਨ ਵਡਾਲੀ ਸੀ ਉਹ ਗੁਰੂ ਕੇ ਚਰਨ ਪੈਣ ਨਾਲ ਗੁਰੂ ਕੀ ਵਡਾਲੀ ਬਣ ਗਈ। ਗੁਰੂ ਕੀ ਵਡਾਲੀ ਅੱਜ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਉੱਥੇ ਰਹਿੰਦਿਆਂ ਹੀ ਖਾਲਸਾ ਜੀ 1652 ਬਿਕਰਮੀ ਹਾੜਵਦੀ ਏਕਮ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਸਤਿਗੁਰੂ ਦਾਤੇ ਦਾ ਅਵਤਾਰ ਹੋਏ ਹਨ। ਕੋਈ ਸਮਾਂ ਹਜੂਰ ਉੱਥੇ ਨਿਵਾਸ ਕੀਤਾ, ਫਿਰ ਸਤਿਗੁਰੂ ਜੀ ਛਿਆਟੇ ਨਗਰ ਆ ਗਏ। ਇੱਥੇ 5 ਮਾਲਾਂ ਖੂਹ ਵਿੱਚ ਤਾਰ ਕੇ ਹਜੂਰ ਨੇ ਕਿਹਾ 6ਵੀਂ ਮਾਲ ਸਾਡੇ ਸਾਹਿਬਜ਼ਾਦੇ ਤਾਰਨਗੇ। 6 ਮਾਲਾਂ ਵਾਲਾ ਉਹ ਖੂਹ ਉੱਥੇ ਵਸਾ ਬਣਾਇਆ, ਜਿਸ ਤੋਂ ਸ਼ਹਿਰ ਦਾ ਨਾਮ ਹੀ 6 ਹਰਟਾ ਬਣਿਆ। 6 ਹਰਟਾ ਹੈ, ਅੱਜ ਉਹਨੂੰ ਛਿਆਟਾ ਛਿਆਟਾ ਅਸੀਂ ਕਹਿੰਦੇ ਹਨ। ਸੋ ਉਹਨਾਂ ਦਿਨਾਂ 'ਚ ਸਾਡੇ ਮਾਤਾ ਜੀ ਮਾਤ ਗੰਗਾ ਜੀ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਆਪਣੇ ਨਗਰ ਪੇਕੇ ਨਗਰ ਵਿਖੇ ਮਾਓ ਪਹੁੰਚ ਗਏ। ਅੰਮ੍ਰਿਤਸਰ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਦਰਸ਼ਨ ਦੀਦਾਰ ਬਖਸ਼ੋ। ਜਿਹੜਾ ਪ੍ਰਿਥੀ ਚੰਦ ਸੁਲਹੀ ਖਾਨ ਨੂੰ ਚੜ੍ਹਾਈ ਕਰਕੇ ਲਿਆਇਆ ਸੀ ਉਹ ਰਸਤੇ ਵਿੱਚ ਹੀ ਮਾਰਿਆ ਗਿਆ। ਉਹਦਾ ਭਤੀਜਾ ਸੁਲੱਭੀ ਖਾਨ ਰਸਤੇ 'ਚ ਮਾਰਿਆ ਗਿਆ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦਰਸ਼ਨ ਬਖਸ਼ੋ। ਸਤਿਗੁਰਾਂ ਨੇ ਉਸ ਵੇਲੇ ਸਿੱਖ ਨੂੰ ਹੁਕਮਨਾਮਾ ਦੇ ਕੇ ਭੇਜਿਆ ਵੀ ਸਾਡੇ ਪਰਿਵਾਰ ਨੂੰ ਸਾਹਿਬਜ਼ਾਦੇ ਨੂੰ ਵਾਪਸ ਮਾਓ ਨਗਰ ਤੋਂ ਲੈ ਕੇ ਆਓ। ਜਿਹੜਾ ਹੁਕਮਨਾਮਾ ਲੈ ਕੇ ਭੇਜਿਆ ਉੱਤੇ ਬਚਨ ਸੀ ਧਨਾਸਰੀ ਮਹੱਲਾ 5ਵਾਂ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਅਨੰਦ ਮੰਗਲ ਗੁਣ ਗਾਓ, ਸਹਿਜ ਤੁਨ ਨਿਹਚਲ ਰਾਜ ਕਮਾਓ। ਤੁਮ ਘਰ ਆਵਹੁ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਸੋ ਮਾਤਾ ਜੀ ਸਾਹਿਬਜ਼ਾਦੇ ਨੂੰ ਲੈ ਕੇ ਵਾਪਸ ਪਹੁੰਚੇ। ਅੰਮ੍ਰਿਤਸਰ ਜਦੋਂ ਦਰਸ਼ਨ ਦਿੱਤੇ ਗੁਰੂ ਅਰਜਨ ਸਾਹਿਬ ਜੀ ਨੇ ਪਰਿਵਾਰ ਸਮੇਤ ਆਏ, ਅੰਮ੍ਰਿਤਸਰ ਵਿੱਚ ਇਸ਼ਨਾਨ ਕੀਤਾ। ਸੰਗਤਾਂ 'ਚ ਬੜੀ ਖੁਸ਼ੀ ਹੋਈ। ਉਸ ਵੇਲੇ ਹਜੂਰ ਨੇ ਬੇਅੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਮਾਏ ਔਰ ਅੰਮ੍ਰਿਤਸਰ ਸੌ ਪਹੁੰਚਣ ਤੇ ਸੋ ਗੁਰ ਪੂਰੈ ਕਿਰਪਾ ਤਹਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਅਨੰਦ ਮੰਗਲ ਸੁਖ ਪਾਏ। ਔਰ ਇਸ ਤਰ੍ਹਾਂ ਬੇਅੰਤ ਸ਼ਬਦ ਫਰਮਾਏ ਵੀ ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ, ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਹਾਰੀ। ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ। ਕੋਈ ਸਮਾਂ ਅੰਮ੍ਰਿਤਸਰ ਸਾਹਿਬ ਹਜੂਰ ਸੰਗਤਾਂ ਨੂੰ ਦਰਸ਼ਨਦਾਰ ਦਿੰਦੇ ਰਹੇ। ਉਹਨਾਂ ਦਿਨਾਂ 'ਚ ਲਾਹੌਰ 'ਚ ਤਗੜੀ ਬਿਮਾਰੀ ਫੈਲ ਗਈ। ਜਿਹੜੇ ਛੂਤ ਦੀ ਬਿਮਾਰੀ ਸੀ, ਜਿਹੜੇ ਮਰ ਰਹੇ ਸੀ, ਉਹਨਾਂ ਦੇ ਸਰੀਰ ਕੋਈ ਨਹੀਂ ਸੀ ਸੰਭਾਲਦਾ, ਬਿਮਾਰਾਂ ਦਾ ਕੋਈ ਇਲਾਜ ਕਰਾਉਣ ਨੂੰ ਤਿਆਰ ਨਹੀਂ ਸੀ। ਧੰਨ ਗੁਰੂ ਅਰਜਨ ਸਾਹਿਬ ਜੀ ਪਰਿਵਾਰ ਸਮੇਤ ਸਾਹਿਬਜ਼ਾਦੇ ਸਮੇਤ ਲਾਹੌਰ ਜਾ ਪਹੁੰਚੇ। ਮ੍ਰਿਤਕ ਸਰੀਰਾਂ ਦੀ ਵੀ ਸੰਭਾਲ ਕੀਤੀ ਤੇ ਮਰੀਜ਼ਾਂ ਦਾ ਵੀ ਇਲਾਜ ਹਜੂਰ ਨੇ ਕਰਵਾਇਆ ਹੈ। ਉੱਥੇ ਸਤਿਗੁਰਾਂ ਨੇ ਰਹਿਮਤਾਂ ਬਖਸ਼ਾਂ ਵੰਡ ਕੇ ਵਾਪਸ ਪਹੁੰਚੇ। 1659 ਦੇ ਅੰਤਲੇ ਦਿਨਾਂ ਦੇ ਤੇ 60 ਦੀ ਸ਼ੁਰੂਆਤ ਹੋਣ ਵਾਲੀ ਸੀ, ਜਦੋਂ ਸਾਰੀ ਬਾਣੀ ਇੱਕ ਥਾਂ ਤੇ ਸੰਕਲਨ ਕਰਨ ਵਾਸਤੇ ਹਜੂਰ ਨੇ ਔਰ ਖਿਆਲ ਕੀਤਾ ਸਾਰੀ ਬਾਣੀ ਇੱਕ ਥਾਂ ਤੇ ਇਕੱਠੀ ਕਰਨੀ ਚਾਹੀਦੀ ਹੈ। ਬੜਾ ਭਾਰੀ ਮਿਲਗੋਭਾ ਪਾਇਆ ਜਾਣ ਲੱਗਾ ਗੁਰੂ ਕੀ ਬਾਣੀ ਵਿੱਚ। ਪਿਰਥੀ ਚੰਦ ਦਾ ਪੁੱਤਰ ਮਿਹਰਵਾਨ ਆਪਣੇ ਵੱਲੋਂ ਬਣਾ ਕੇ ਐਸੇ ਟਕੌਂਸਲੇ, ਐਸੀਆਂ ਕਵਿਤਾਵਾਂ ਬੜਾ ਭੁਲੇਖਾ ਪਾਉਂਦਾ ਸੀ। ਗੁਰੂ ਨਾਨਕ ਨਾਮ ਰਖਵਾ ਕੇ, ਜਿਵੇਂ ਆਮ ਕਹਾਵਤ ਲੋਕਾਂ ਦੀ, ਆਪ ਦਿਆ ਸੋ ਦੂਧ ਬਰਾਬਰ, ਮੰਗ ਲਿਆ ਸੋ ਪਾਣੀ, ਖੋਹ ਲਿਆ ਸੋ ਰਖਤ ਬਰਾਬਰ, ਕਹੋ ਨਾਨਕ ਨਿਰਬਾਣੀ। ਇਹੋ ਜਿਹੇ ਟਕੌਂਸਲੇ ਬਣਾ ਛੱਡ ਰਿਹਾ ਸੀ। ਹਜੂਰ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਜੋ ਇੱਕ ਥਾਂ ਤੇ ਸੰਕਲਨ ਕਰਨ ਵਾਸਤੇ ਸਿੱਖਾਂ ਨੂੰ ਆਗਿਆ ਕੀਤੀ। ਭਾਈ ਪੈੜੇ ਮੋਖੇ ਨੂੰ ਭੇਜਿਆ ਸ਼ਿਵਨਾਬ ਰਾਜੇ ਦੇ ਪਰਿਵਾਰ ਦੇ ਪਾਸ ਸੰਗਲਾਦੀਪ ਪ੍ਰਾਣ ਸੰਗਲੀ ਨਾਮ ਦੇ ਗੁਰੂ ਨਾਨਕ ਸਾਹਿਬ ਦੀ ਪੋਥੀ ਲੈ ਕੇ ਆਉਣ। ਬਹੁਤੀ ਬਾਣੀ ਗੋਇੰਦਵਾਲ ਸਾਹਿਬ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਹਾਰਾਜ ਮੈਂ ਜਾਣਾ ਆਪਣੇ ਪਰਿਵਾਰ ਕੋਲੋਂ ਲੈ ਕੇ ਆਉਣਾ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਲੱਗਦੇ ਸੀ। ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਸੀ। ਸਤਿਗੁਰੂ ਜੀ ਦੇ ਭਰਾਤਾ ਬਾਬਾ ਈਸ਼ਰ ਦਾਸ ਜੀ, ਉਹਨਾਂ ਦੇ ਸਪੁੱਤਰ ਸੀ ਭਾਈ ਗੁਰਦਾਸ ਸਾਹਿਬ ਜੀ। ਜਦੋਂ ਪੋਥੀਆਂ ਲੈਣ ਵਾਸਤੇ ਗਏ, ਨਹੀਂ ਮਿਲੀਆਂ। ਚੁਬਾਰੇ ਦੇ ਅੰਦਰ ਬਾਬਾ ਮੋਹਨ ਜੀ ਸਮਾਧੀ ਲਾਈ ਬੈਠੇ ਸਨ। ਅਖੀਰ ਵਾਪਸ ਮੁੜ ਆਏ। ਬਾਬਾ ਬੁੱਢਾ ਸਾਹਿਬ ਜੀ ਗਏ, ਬੜੀਆਂ ਆਵਾਜ਼ਾਂ ਮਾਰੀਆਂ, ਕਿਸੇ ਨੇ ਦਰਵਾਜ਼ਾ ਨਾ ਖੋਲਿਆ। ਦਰਵਾਜ਼ੇ ਦੀ ਝੂਠੀ ਪੁੱਟ ਕੇ ਅੰਦਰ ਜਾ ਵੜੇ।
ਜਦੋਂ ਭਾਈ ਮੋਹਨ ਜੀ ਨੂੰ ਫੜ ਕੇ ਹਿਲਾਉਣ ਲੱਗੇ ਮੋਢੇ ਤੋਂ, ਬਾਬਾ ਮੋਹਰੀ ਜੀ ਨੇ ਬੇਨਤੀ ਕੀਤੀ, ਬਾਬਾ ਜੀ ਆਪ ਗੁਰਸਿੱਖੀ ਦੇ ਥੰਮ ਹੋ। ਸਾਡੇ ਪਿਤਾ ਜੀ ਨੇ ਕਿਹਾ ਸੀ ਤੁਹਾਡੇ ਤੋਂ ਪਰੇ ਸਿੱਖ ਲੱਭਣਾ ਹੋਵੇ ਤੇ ਲੱਭ ਨਹੀਂ ਸਕਦਾ। ਆਪ ਸਿੱਖੀ ਦੀ ਸੀਮਾ ਹੋ, ਹੱਦ ਹੋ। ਤੇ ਇਹ ਪਤਾ ਨਹੀਂ ਕਦੋਂ ਦਾ ਸਮਾਧੀ ਲਾਈ ਬੈਠਾ ਹੈ। ਸੁਭਾਅ ਵੀ ਤੁਸੀਂ ਜਾਣਦੇ ਹੋ ਕ੍ਰੋਧ ਜੇ ਵਾਲਾ ਹੈ। ਤੁਹਾਡੀ ਸ਼ਾਨ ਦੇ ਵਿਰੁੱਧ ਕੋਈ ਸ਼ਬਦ ਨਾ ਬੋਲ ਦੇਵੇ, ਨਰਾਦਰੀ ਹੋਵੇਗੀ। ਸਤਿਗੁਰਾਂ ਨੂੰ ਬੇਨਤੀ ਕਰੋ ਆਪ ਹੀ ਪੋਥੀਆਂ ਲੈ ਜਾਣ। ਬਾਬਾ ਜੀ ਵਾਪਸ ਆ ਗਏ। ਸਤਿਗੁਰੂ ਆਪ ਪੋਥੀਆਂ ਲੈਣ ਵਾਸਤੇ ਪਹੁੰਚੇ। ਸੋ ਪੋਥੀਆਂ ਲੈ ਕੇ ਸਤਿਗੁਰੂ ਗਰੀਬ ਨਿਵਾਜ ਨੇ ਰਾਮਸਰ ਵਾਲਾ ਪਵਿੱਤਰ ਸਥਾਨ ਇਕਾਂਤ ਜਗ੍ਹਾ ਹੈ। ਨਿਤ ਪ੍ਰਤ ਨਾਵਨ ਰਾਮਸਰ ਕੀਜੈ, ਚੋਲ ਮਹਾਰਾਜ ਸਾਰੇ ਅੰਮ੍ਰਿਤ ਪੀਜੈ। ਵਚਨ ਵੀ ਫਰਮਾਏ। ਇਸ ਥਾਂ ਤੇ ਹਜੂਰ ਨੇ ਸਾਰੀ ਬਾਣੀ ਦਾ ਜਹਾਜ਼ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ ਹਜੂਰ ਨੇ ਲਿਖਵਾਇਆ। ਭਾਦਰੋਂ ਦੀ ਮੱਸਿਆ 1661 ਵਿੱਚ ਜਦੋਂ ਆਈਆਂ ਹੋਈਆਂ ਸੰਗਤਾਂ ਨੂੰ ਆਗਿਆ ਕੀਤੀ, ਸੰਗਤ ਜੀ ਕੱਲ੍ਹ ਨੂੰ ਪੋਥੀ ਸਾਹਿਬ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ। ਜਿਹੜੀਆਂ ਸੰਗਤਾਂ ਰਹਿ ਸਕਦੀਆਂ ਭਾਈ ਰਹੋ। ਬੇਅੰਤ ਸੰਗਤਾਂ ਉੱਥੇ ਰਾਤ ਠਹਿਰੀਆਂ। ਦਿਨ ਚੜ੍ਹਿਆ, ਮੱਸਿਆ ਤੋਂ ਅੱਗੋਂ ਏਕਮ ਲੱਗ ਜਾਂਦੀ ਹੈ। ਭਾਦਰੋਂ ਸੁਦੀ ਏਕਮ 1661 ਬਿਕਰਮੀ ਵਾਲੇ ਦਿਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯਤ ਕਰਕੇ ਉਹਨਾਂ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਟਿਕਾ ਕੇ ਆਪ ਹਰਿਮੰਦਰ ਸਾਹਿਬ ਪਹੁੰਚੇ। ਸਤਿਗੁਰੂ ਅਰਜਨ ਸਾਹਿਬ ਸੰਗਤ ਵਿੱਚ ਬੈਠੇ। ਬਾਬਾ ਬੁੱਢਾ ਜੀ ਨੇ ਗੁਰੂ ਕੀ ਤਾਬਿਆ ਬੈਠ ਕੇ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ੍ਰੀ ਮੁਖ ਵਾਕ ਸੰਗਤਾਂ ਨੂੰ ਸਰਵਣ ਕਰਵਾਏ। ਸੂਹੀ ਮਹੱਲਾ ਪੰਜਵਾ। ਸੰਗਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਸਰਵਣ ਕਰਵਾਇਆ ਸੀ। ਜਿਸ ਦਿਨ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਏ, ਉਸ ਦਿਨ ਤੋਂ ਲੈ ਕੇ ਇਤਿਹਾਸ ਪੜ੍ਹ ਲਓ। ਧੰਨ ਗੁਰੂ ਅਰਜਨ ਸਾਹਿਬ ਜੀ ਆਪ ਸੰਗਤ ਵਿੱਚ ਬੈਠਦੇ ਰਹੇ। ਆਪਣੇ ਸੀਸ ਦੇ ਉੱਪਰ ਚਾਂਦਨੀ ਚੰਦੋਆ ਨਹੀਂ ਲਾਉਣ ਦਿੱਤਾ ਹੈ। ਆਪਣੇ ਸੀਸ ਦੇ ਉੱਪਰ ਖਾਲਸਾ ਜੀ ਚੌਰ ਨਹੀਂ ਹੋਣ ਦਿੱਤੇ। ਚੌਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਝੁਲਦੇ ਰਹੇ, ਚੰਦੋਏ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਲਵਾਏ। ਆਪ ਸੰਗਤ ਵਿੱਚ ਬੈਠਿਆ ਕਰਦੇ। ਕੋਈ ਆਸਣ ਗੱਦੀ ਵਿਸ਼ੇਸ਼ ਤੌਰ ਤੇ ਨਹੀਂ ਹਜੂਰ ਨੇ ਵਿਛਾਇਆ। ਇਸੇ ਗੁਰਬਾਣੀ ਦੀ ਅਖੰਡਤਾ ਵਾਸਤੇ ਸਤਿਗੁਰੂ ਗਰੀਬ ਨਿਵਾਜ ਨੇ 1663 ਜੇਠ ਸੁਦੀ 4 ਨੂੰ ਸੋ ਬੇਅੰਤ ਤਸੀਹੇ ਝਲਦਿਆਂ ਹੋਇਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਰਾਵੀ ਦਰਿਆ 'ਚ 5 ਭੂਤਕ ਸਰੀਰ ਸਦਾ ਵਾਸਤੇ ਜੋਤੀ ਜੋਰ ਸਮਾਉਣ ਲੱਗੇ ਨੇ। ਉਸ ਵੇਲੇ 5 ਪੈਸੇ ਨਰੀਏਰ ਦੇ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਵੇਲੇ ਸਤਿਗੁਰਾਂ ਨੇ ਕਿਹਾ ਸੀ ਸਾਡੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਨੇ ਗੁਰਤਾ ਗਰੀ ਦਾ ਤਿਲਕ ਦੇਣਾ ਹੈ। ਸਜਲ ਨੇਤਰਾਂ ਨਾਲ ਸਿੱਖ ਕਿਨਾਰਿਆਂ ਤੇ ਖਲੋਤੇ। ਸੋ 5 ਸਿੱਖ ਹਜੂਰ ਦੇ ਨਾਲ ਗਏ ਸੀ। ਆਖਰ ਚੌਧਰੀ ਭਾਈ ਲੰਗਾਹੇ ਨੇ ਹਜੂਰ ਦੇ ਆਖਰੀ ਵਾਰ ਚਰਨ ਧੋਤੇ। ਆਪ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਲੱਤਾਂ ਦਾ ਮਾਸ, ਪੱਟਾਂ ਦਾ ਮਾਸ ਸਾਰਾ ਸੜ ਚੁੱਕਾ ਸੀ। ਲਾਲ ਸੁਰਖ ਰੰਗ ਦੇ ਥੱਲਿਓਂ ਹੱਡ ਨਿਕਲ ਚੁੱਕੇ ਸਨ। ਸਾਰਾ ਸਿਰ ਤਤੀ ਤਵੀ ਤੇ ਬੈਠ ਕੇ ਉਬਲਦੀ ਦੇਗ ਵਿੱਚ ਬੈਠ ਕੇ ਸਾਰਾ ਸਿਰ ਸੜ ਮਾਸ ਸੜ ਚੁੱਕਾ ਸੀ। ਆਖਰੀ ਵਾਰ ਹਜੂਰ ਦੇ ਚਰਨ ਧੋਤੇ, ਜਪਜੀ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਤੋਂ ਉਪਰੰਤ ਹਜੂਰ ਨੇ ਇੱਕ ਸ਼ਬਦ ਆਪਣੀ ਰਸਨਾ ਤੋਂ ਫਰਮਾਇਆ, ਪੜ੍ਹਿਆ। ਮਾਰੂ ਮਹੱਲਾ ਪੰਜਵਾ। ਮਾਨ ਮੋਹ ਅਰ ਲੋਭ ਵਿਕਾਰਾ, ਬੀਓ ਚੀਤ ਨਾ ਘਾਲਿਓ। ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰਖਿਓ, ਗ੍ਰਹਿ ਭੀਤਰ ਉਠ ਉਆਹੂ ਕਉ ਦੌਰਿਓ। ਆਗਿਆ ਮਹਿ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਭਇਓ ਕਿਰਪਾਲ ਠਾਕੁਰ, ਸੇਵਕ ਕਉ ਸਵਰੇ ਹਲਤ ਪਲਾਤਾ। ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮੁ ਪਛਾਤਾ। ਇਹ ਸ਼ਬਦ ਹਜੂਰ ਨੇ ਰਸਨਾ ਤੋਂ ਫਰਮਾਇਆ। 5 ਭੂਤਕ ਸ੍ਰੀ ਰਾਵੀ ਜੋ ਸਦਾ ਵਾਸਤੇ ਅਲੋਪ ਕਰ ਲਿਆ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਬਾਣੀ। ਦਰਸ਼ਨ ਦੇਖ ਪਤੰਗ ਜਿਉ, ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ, ਭੀੜ ਪਾਈ ਚਿਤ ਅਵਰ ਨਾ ਆਣੀ। ਚਰਨ ਕਮਲ ਮਿਲ ਭਵਰ ਜਿਉ, ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਗੁਰ ਉਪਦੇਸ਼ ਨਾ ਵਿਸਰੈ, ਬਵੀਹੇ ਜਿਉ ਆਖ ਵਖਾਣੀ। ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ।
गुर अर्जन मिटहो कुर्बानी। ऐसे महान ने गुरु अर्जन देव जी महाराज, जिन्हां सतगुरां ने मां भानी ने असीस दिती, निमख ना बिसरो तुम कहो हर हर, सदा भयो जगदीश। उस गरीब नवाज सतगुरु दी सेवक की ओढ़क निभही प्रीत, जीवत साहिब सेवियो अपना, चलते राखियो जीत। मां भानी दी असी सारी जिंदगी वाहिगुरु निरंकार परमेश्वर भुला नहीं। ऐसे महान गुरु अर्जन देव जी महान, धन गुरु अमरदास महाराज किरपा दे करनहारे चोजी प्रीतम पावन पवित्र उपदेश दे करके संसार दे मनुख की हालत दसदे ने। इस मनुख का की सुभाव है, हजूर किरपा करके फरमा रहे ने। मन बिरतियां एकाग्रता सहित करो, गज के कहो सतनाम श्री वाहिगुरू। सतनाम श्री वाहिगुरू साहिब जी। श्री राग महला तीजा। अमृत छोड़ विखिया लोबाणे। श्री राग के अंदर धन गुरु अमरदास महाराज बचन फरमा रहे हैं। मनुख का सुभाव की है अमृत छोड़। प्रतख गुरु का जिहड़ा बख्शिया होया अमृत है वो छड्डिया होया है। ते विखिया लोबाणे, जिहड़े विषय ने ना विषय विकार, भैड़े सुभाव, मंदे कर्म, उन्हां कर्मां नूं दे विच लुभाए मान हो रहा जीव का मन। शराब की बोतल के उपर कहते हैं भी लिखिया है भी सेहत लई हानिकारक हुंदी है। पीण दे जिहड़े पीण वाले ने कहते हैं कौड़ी नासां जिहां भी तां नूं चढ़ाउंदे ने, पर पीण तो फिर गुरेज नहीं करते। अमृत प्रतख तौर पर मिठा है। मिठा गुरु का अमृत है, मिठा गुरु का नाम, मिठा कड़ा प्रसाद जिहड़ा छकाउंदे ने, पंज प्यारे देंदे ने। पर कलयुग का सुभाव है ना मनुख का भी मीठे को कौड़ा कहे, कड़ुए को मीठा। पराते की निंदा करे, ऐसा कल मह डीठा। ये मनुख का सुभाव भी सच नूं झूठ ते झूठ नूं सच बना देना है। ऐसा परमेश्वर की दरगाह विच नहीं कदे चलदा। पर हजूर सच्चे पातशाह कहते हैं ऐसा विगड़िया होया मनुख का जीवन है, जेड़ा गुरु का नाम रूपी अमृत मिठा है। गुरबाणी मीठी अमृत धार, जिन पीती तिस मोख द्वार। वो गुरु की बाणी तो छड्डी हुई है, नाम सिमरन वालों तो मूँह फेरिया होया है। जिस बारे हजूर दे बचन ने अमृत नाम निधान है, मिल पी वहो भाई। जिस सिमरत सुख पाई है, सब तिखा बुझाई। जिस अमृत बारे हजूर पंजवें सरूप का बचन है भी पी वहो अमृत। तीसरे पातशाह गुरु अमरदास जी का पी वहो अमृत सदा रहो हार रंग, जपियो हो सारिंग पानी, कह नानक सदा गावहो यह सच्ची बाणी। पंजवें सूप का बचन है भी अमृत पीवहो सदा चिर जीवहो, हर सिमरत जन दे अनंता, रंग तमाशा पूर्ण आसा, कवह न व्यापै चिंता। सतगुरु जी ने वार दे अंदर भी एक शब्द फरमाया है, मनुख की हालत समझाई हुई है कि अमृत ताज बेख संग्रह करता आप खुआया। ऐसा खज्जल खुआर हो रहा जीव अल्पग, अमृत छड्डिया होया है। ते विषय विकार जिहड़े वियोह वर्गे कुकर्म पाप ने, उन्हां विच गलतान हो रहा, उन्हां च लुभाए मान हो रहा है। ऐसी मनुख की हालत बनी हुई है। अमृत छोड़ विखिया लोबाणे। अमृत की दात नूं छड्ड के, गुरु की बाणी रूपी अमृत नूं छड्ड के, प्रतख गुरु का खंडे पाठ का अमृत छड्ड के, विषय विकारां ते वियोह वर्गे पाप कुकर्म जिहड़े हैं, जिहड़े निखिद्ध पाप ने, उन्हां दे कारण विच विषय विकार भोगण च लुभाए मान हो रहा ये जीव। सेवा करह विडाणी। ते फिर होर की कुकर्म है, वो वाहिगुरू परमेश्वर की सेवा छड्ड के होरनां दी सेवा करदा फिरदा, विडाणी दूसरे लोकां दे। सो वाहिगुरू परमेश्वर जिहड़ा दाता देण वाला दाता है ना, उहनूं तां भुलाया होया है। सियाणे लोकां दी कहावत है भी खाना राम जी दे मंदिरों, भौंकना पौधू शाह दे तकीए। वाहिगुरू दीआं दित्तियां होईयां दातां खा के ओहदा करे सिमरन नहीं करे, ओहदी याद विच नहीं करे जुड़दा। सेवा करह विडाणी, होरनां दी चाकरी सेवा करदा फिरदा, होरनां दी सेवा, जिन्हां दी सेवा दा कोई लाभ ही नहीं। गुरु की सेवा करो, गुर की टहल गुरु की सेवा, गुर की आज्ञा भाणी। कहो नानक जिन जमते काटे, तिस गुर कै कुर्बानी। जिसकी सेवा कीती फिर लेखा मंगिया, सा सेवा औखी होई। नानक सेवा करो हर गुर सफल दर्शन की, फिर लेखा मंगे ना कोई।
हर की तुम सेवा करो, दूजी सेवा करो ना कोई जी। हर की सेवा ते मन हो चिंदिया फल पाइए, दूजी सेवा जन्म बिरथा जाए जी। जे होरनां दी सेवा करांगे तो ओहो जिहा जीवन बनाउणा पवेगा, पर जे गुरु की सेवा करांगे गुरु का स्वरूप ही हो जावांगे। सो सेवा करे विडाणी, ये मनुख ऐसा अल्पग हो रहा है, वाहिगुरू ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਹੋਰਨਾਂ ਦੀ ਸੇਵਾ ਕਰਦਾ ਫਿਰਦਾ ਹੈ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਹੋਰਨਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਉਲਝਿਆ ਹੋਇਆ ਹੈ। ਆਪਣਾ ਧਰਮ ਗਵਾਵਹਿ ਬੂਝੈ ਨਾਹੀ, ਆਪਣਾ ਧਰਮ ਛੱਡ ਕਰਕੇ ਗਵਾ ਕਰਕੇ ਇਸ ਗੱਲ ਨੂੰ ਬੂਝੈ ਸਮਝਦਾ ਹੀ ਨਹੀਂ, ਬੜਾ ਚਤਰਾਈਆਂ ਸਮਝਦਾ ਹੈ। ਧਰਮ ਛੱਡਿਆ ਹੋਇਆ, ਆਪਣਾ ਦੀਨ ਈਮਾਨ ਛੱਡਿਆ ਹੋਇਆ ਹੈ, ਵਾਹਿਗੁਰੂ ਪਰਮੇਸ਼ਰ ਦੀ ਸੰਗਤ ਕਰਨੀ ਛੱਡੀ ਹੋਈ ਹੈ ਤੇ ਹੋਰਨਾਂ ਦੇ ਧਰਮ ਨੂੰ ਅਪਣਾਈ ਜਾਂਦਾ। ਕੋਈ ਮੁਸਲਮਾਨ ਬਣੀ ਜਾਂਦਾ, ਸਾਡੀਆਂ ਲੜਕੀਆਂ ਬਣੀ ਜਾਂਦੀਆਂ, ਲੜਕੇ ਬਣੀ ਜਾਂਦੇ ਨੇ, ਤੇ ਅਸੀਂ 20 ਨੂੰ ਗੁਰੂ ਬਣਾਇਆ ਹੋਇਆ ਨਹੀਂ ਤੇ ਪੰਜਾਬ 'ਚ ਖੇਤਾਂ 'ਚ 2 ਇੱਟਾਂ ਲਾ ਕੇ ਉੱਥੇ ਦੀਵਾ ਜਗਾਉਨੇ ਹੈ। ਸੋ 2 ਇੱਟਾਂ ਦੇ ਵਿੱਚ ਹੀ ਬਾਬਾ ਵਾੜੀ ਬੈਠੇ ਹਾਂ। ਇਹੋ ਜੀ ਸਾਡੀ ਹਾਲਤ ਹੋਈ ਹੈ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਨ ਜਾ ਰਿਹਾ। ਸੋ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕਰਕੇ ਹੋਰਨਾਂ ਦੀ ਪੂਜਾ ਪ੍ਰਤਿਸ਼ਠਾ, ਹੋਰਨਾਂ ਦੇ ਵਿੱਚ ਇਸ ਤਰ੍ਹਾਂ ਉਲਝੇ ਹੋਏ ਆ। ਦੰਭੀਆਂ ਪਖੰਡੀਆਂ ਗੁਰੂਆਂ ਜਿਹੜੇ ਇਸ ਝੂਠੇ ਲੋਕ ਨੇ ਉਹਨਾਂ ਦੇ ਵਿੱਚ ਉਲਝੇ ਹੋਏ ਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਲੋਕ ਬੰਦਿਆਂ ਦੇ ਬੰਦੇ ਕਾ ਗੁਰੂ ਆਗੂ ਬਣੇ ਹੋਏ ਨੇ। ਸੱਚਾ ਸਤਿਗੁਰੂ ਪਰਮੇਸ਼ਰ ਸਰੂਪ ਛੱਡਿਆ ਹੋਇਆ ਹੈ। ऐसी मनुख की हालत है। दिन दुख विहाणी, ते फिर दिने रात दुखों में जिंदगी विहाणी बतीत होंदी है। दुखी होए रहिंदे ने हर वेले परमेश्वर नूं छड्ड करके। जिन्हां ने वाहिगुरू परमेश्वर नूं छड्डिया होया है, सो उन्हां नूं सुख नहीं खालसा जी प्राप्त हो सकता। शांति धीरज टका आनंद नहीं कदे मिल सकता। सो तब तक कर्म कमावने दोष ना काहू जोग, परमेश्वर ते भुलिया व्यापन सभे रोग। परमेश्वर के भुलाउण करके सारिया रोग पीड़ा चंबड़िया होईयां ने। वाहिगुरू परमेश्वर की याद नूं भुलाया होया है। मनमुख अंध न चेतही, ऐसे मनमुख अंध अज्ञानी हो रहे ने, वाहिगुरू परमेश्वर नूं कदे चेते ही नहीं करते। डूब मुए बिन पानी, और डुब के मारे ने बिना ही पानी तो। जिहड़े पदार्थां रूपी पानी है ने, जिहड़ी पकड़ विच लगे होए ने। जिहड़ा हरण हुंदा ने खालसा जी, जदों भट्ठ लगदियां तपदे तो उस जंगलों के अंदर रेता तपदा है, तो दूर जो सूरज दी किरणां पैंदियां तो इउं जापदा जिवें उत्थे पानी होवेगा। वो बेचारा भज के उधर नूं जांदा है, अगे फिर उस तरह रेता तपी हुंदी हुंदी दिसदी है। फिर दूर वेखदा छड़ा वो पानी वगदा होवे दरिया, उत्थे फिर कख नहीं लभदा। फिर बेचारा खीर इउं ही खप के हंब के मर जांदा है। इसे तरह मनुख की हालत है। मृग तृष्णा के पानी की तरह ये पदार्थ ने जिन्होंने मगर लगा फिरदा है, ये ना तो प्राप्त होए ने किसी नूं, किसी के कार विहार जिंदगी के कदे पूरे नहीं होए। दुनिया में कदे किसी नूं पुछ के वेखो कि तू सारे कारज पूरे कर ले, किसी के कारज नहीं पूरे होए। किसी की पदार्थों के नाल तोड़ घाट कदे निगली नहीं, और कदे कोई बंदा रजिया नहीं करे कि मैं रज गया। हाँ, हजूर कहते पदार्थां की तृष्णा बिरले ही की बुझी है। कोट जोरे लाख करोड़े मन ना हो रे, परे परे ही कौ लुझी है। सुंदर नारी अनक प्रकारी, पर गृह बिकारी, बुरा भला नहीं सुझी है। ना जिंदगी का मनोरथ करे पूरा रास होया। किन्ना दा होया जी? हजूर कहते जान के पूरन होए काम, कली काल महा बिखिया मैं, लज्जा राखी राम। परमेश्वर के प्यारियां दे जिंदगी के कारज पूरे होए ने। पदार्थों पानी की पकड़ में तो लगे हुए ने, पर नहीं मिलता, फिर भी डुबते मार ही रहे ने। पदार्थों की पकड़ में लगे हुए ने जीव। मन रे सदा भजो हर शरणाई, हे मना हे भाई वाहिगुरू परमेश्वर की सदा शरण ग्रहण करके वह भजन सिमरन करया करो। और वाहिगुरू की शरण ग्रहण करो। गुर का शब्द अंतर वसै, ये गुरु परमेश्वर का शब्द उपदेश जिहड़ा साडे हिरदे च वस जावे ना, जे गुरु की किरे कृपा हो जावे, तां हर विसर ना जाई। तां हरि वाहिगुरू परमेश्वर कदे फिर विसरेगा नहीं। जे वाहिगुरू परमेश्वर नूं प्रीत की ऐसी सांझ पा लई, बेनती करिए दाता मूँह लालण स्यों प्रीत बनी, तोरी न टूटै छोरी न छूटै, ऐसी माधो खिंच तरे।
हे सच्चे पातशाह कबीर लागी प्रीत सुजान स्यों वरजै लोग अजान तांस्यों टूटी क्यों बने जाके जी प्राण। ऐसी वाहिगुरू ਨਾਲ ਪ੍ਰੀਤ ਦੀ ਉਹਨਾਂ ਨੇ ਸਾਂਝ ਪਾ ਲਈ ਹੈ ਜਿਹੜੀ ਫਿਰ ਕਦੇ ਟੁੱਟਦੀ ਨਹੀਂ ਵਾਹਿਗੁਰੂ ਪਰਮੇਸ਼ਰ ਕਦੇ ਵਿਸਰਦਾ ਗੁਰੂ ਕੇ ਪਿਆਰਿਆਂ ਨੂੰ ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ। ਇਹੋ ਸਰੀਰ ਮਾਇਆ ਕਾ ਪੁਤਲਾ। ਇਹ ਜਿਹੜਾ ਸਰੀਰ ਹੈ ਨਾ ਖਾਲਸਾ ਜੀ ਇਹ ਮਾਇਆ ਦਾ ਪੁਤਲਾ ਪਰਮੇਸ਼ਰ ਨੇ ਪੈਦਾ ਕੀਤਾ ਮਾਇਆ ਦਾ। ਹਜੂਰ ਨੇ ਭਗਤ ਰਸਨਾ ਦੁਆਰਾ ਵੀ ਇੱਕ ਬਚਨ ਫਰਮਾਇਆ ਹੈ माटी को पुतरा कैसा न कैसो नचत है देखे देखे सुने बोले दौड़ियो फिरत है जब का छुपावे तब गर्व करत है माया गई तब रोवन लगता है। ये मिट्टी का माया तो द्वारा परमेश्वर ने मिट्टी का पुतला जिहा बनाया शरीर। सो माया तो परमेश्वर ने कल बेनती की सृष्टि की रचना की है। ये माया तो रचे हुए तत्त तत्त द्वारा ये बनाया होया शरीर जिहड़ा ना पुतला माया का ਇਹ ਪਰਮੇਸ਼ਰ ਨੇ ਪੈਦਾ ਕੀਤਾ ਹੈ। ਵਿੱਚ ਹਉਮੈ ਦੁਸਤੀ ਪਾਈ ਤੇ ਜਿਹੜਾ ਹਉਮੈ ਹੰਕਾਰ ਹੈ ਨਾ ਵਿੱਚ ਈਰਖਾ ਦੁਐਖ ਇਹ ਖਾਲਸਾ ਜੀ ਪਰਮੇਸ਼ਰ ਨੇ ਇਹ ਸਰੀਰ ਐਸਾ ਮਿੱਟੀ ਦਾ ਬਣਾਇਆ ਮਾਇਆ ਦਾ ਪਦਾਰਥਾਂ ਦਾ ਇਹ ਬਣਾਇਆ ਹੋਇਆ ਸਰੀਰ ਇਹ ਦੁਸ਼ਟਤਾਈ ਵਿੱਚ ਵੈਰ ਵਿਰੋਧ ਕਰਨ ਵਾਲੇ ਜਿਹੜੇ ਸੁਭਾਅ ਬਣੇ ਹੋਏ ਨੇ ਇਹ ਪਰਮੇਸ਼ਰ ਵਿੱਚ ਪਾ ਦਿੱਤੇ। ਆਵਣ ਜਾਣਾ ਜੰਮਣ ਮਰਨਾ ਜਿਸ ਕਾਰਨ ਕਰਕੇ ਆਉਣਾ ਤੇ ਜਾਣਾ ਆਉਂਦਾ ਜਨਮ ਲੈ ਕੇ ਮਰ ਕੇ ਤੁਰ ਜਾਂਦਾ ਹੈ ਜਮ ਜਮ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ ਜਿਨ ਕੀਤਾ ਤਿਸਹਿ ਨਾ ਜਾਣੀ ਅੰਧਾ ਤਾਂ ਦੁੱਖ ਸਹੇ ਪ੍ਰਾਣੀਆਂ ਖਾਲਕ ਖਾਵਹੁ ਭੁੱਲਾ ਮੁੱਠਾ ਦੁਨੀਆ ਖੇਲ ਬੁਰਾ ਰੁੱਠ ਤੁੱਠਾ ਸਿਦਕ ਸਬੂਰੀ ਸੰਤ ਨਾ ਮਿਲਿਓ ਵੱਤੈ ਆਪਣ ਪਾਣੀਆਂ। ਐਸੀ ਹਾਲਤ ਹੋ ਰਹੀ ਹੈ ਜੀਵ ਦੇ। ਸੋ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੂੰ ਜਿਨ੍ਹਾਂ ਨੇ ਛੱਡਿਆ ਹੋਇਆ ਸੋ ਉਹਨਾਂ ਜੀਵਾਂ ਦੀ ਇਹ ਹਾਲਤ ਹਜੂਰ ਕਹਿੰਦੇ ਉਹ ਵਿਸ਼ੇ ਵਿਕਾਰਾਂ ਚ ਲਵਾਏ ਮਾਰ ਹੋ ਕੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਬਰਬਾਦ ਕਰ ਲੈਂਦੇ ਹਨ। ਮਨਮੁਖ ਪਤ ਗਵਾਈ ਉਹ ਮਨਮੁਖ ਲੋਕ ਆਪਣੀ ਪਤ ਆਬਰੂ ਇੱਜ਼ਤ ਵੀ ਸਾਰੀ ਬਰਬਾਦ ਮਲੀਆ ਮੇਟ ਕਰ ਲੈਂਦੇ ਨੇ। ਮਲੀਆ ਮੇਟ ਪਦਾਰਥਾਂ ਦੇ ਨਾਲ ਸੁੰਦਰ ਕੱਪੜੇ ਤਾਂ ਲੈ ਕੇ ਖਰੀਦੇ ਜਾ ਸਕਦੇ ਨੇ ਪਰ ਇੱਜ਼ਤ ਨਹੀਂ ਬਾਜ਼ਾਰੋਂ ਖਰੀਦੀ ਜਾ ਸਕਦੇ। ਬੈੱਡ ਤਾਂ ਪੈਸਿਆਂ ਨਾਲ ਸੋਹਣਾ ਖਰੀਦਿਆ ਜਾ ਸਕਦਾ ਗੱਦਾ ਬੜਾ ਸੋਹਣਾ ਖਰੀਦਿਆ ਜਾ ਸਕਦਾ ਬੜੇ ਸੋਹਣੇ ਪ੍ਰਬੰਧ ਕੀਤੇ ਜਾ ਸਕਦੇ ਕਮਰਾ ਬੜਾ ਸੋਹਣਾ ਬਣਾਇਆ ਜਾ ਸਕਦਾ ਪਰ ਮਨ ਦੀ ਸ਼ਾਂਤੀ ਤੇ ਨੀਂਦ ਤੁਹਾਡੇ ਵੱਸ ਦਾ ਰੋਗ ਨਹੀਂ। ਸ਼ਾਂਤੀ ਮਨੁੱਖ ਦੇ ਵੱਸ ਦਾ ਰੋਗ ਨਹੀਂ। ਪੈਸਿਆਂ ਨਾਲ ਦੁਨਿਆਵੀ ਵਸਤੂਆਂ ਖਰੀਦੀਆਂ ਜਾਂਦੀਆਂ ਨੇ ਮਨ ਦਾ ਟਿਕਾਅ ਤੇ ਆਨੰਦ ਨਹੀਂ ਕਦੇ ਖਰੀਦਿਆ ਜਾ ਸਕਦਾ। ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਤਤੀ ਤਵੀ ਤੇ ਵੀ ਆਨੰਦ ਹੈ ਸੋ ਵੱਡਾਂ ਵਿੱਚ ਪਏ ਹੋਏ ਉੱਥੇ ਵੀ ਆਨੰਦ ਹੈ। ਜੇ ਕਿਤੇ ਖਾਲਸਾ ਜੀ ਕੰਡਿਆਂ ਦੀ ਸੇਜ ਮਿਲ ਜਾਵੇ ਉੱਥੇ ਵੀ ਆਨੰਦ ਹੈ। ਐਸੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਹਨ ਉਹਨਾਂ ਨੂੰ ਹਜੂਰ ਨੇ ਇਹ ਪਤ ਆਬਰੂ ਬਖਸ਼ੀ ਹੈ ਤੇ ਭਾਵੇਂ ਸੁੰਦਰ ਕੱਪੜੇ ਵੀ ਕਿਉਂ ਨਾ ਹੋਣ ਹਜੂਰ ਦਾ ਬਚਨ ਹੈ ਸਾਗਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ। ਪਰ ਰੱਬ ਦੇ ਪਿਆਰੇ ਜਿਹੜੇ ਇੱਜ਼ਤ ਪਾਦੇ ਸਹਿਤ ਹੁੰਦੇ ਨੇ ਪਰਮੇਸ਼ਰ ਉਹਨਾਂ ਦੀ ਪਤ ਰੱਖਦਾ ਕਾਪੜ ਪਤ ਪਰਮੇਸ਼ਰ ਰੱਖੇ ਭੋਜਨ ਕੀਰਤਨ ਨੀਤ ਸਤਿਗੁਰ ਸੇਵ ਸਦਾ ਸੁਖ ਪਾਇਆ। ਸਤਿਗੁਰੂ ਦੀ ਸੇਵਾ ਕਰਕੇ ਗੁਰੂ ਕੇ ਪਿਆਰੇ ਨੇ ਸਦੀਵ ਰਹਿਣ ਵਾਲਾ ਸੁਖ ਪਰਮੇਸ਼ਰ ਦੀ ਪ੍ਰਾਪਤੀ ਦਾ ਪਾ ਲਿਆ। ਜੋਤੀ ਜੋਤ ਮਿਲਾਈ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਚ ਉਹਨਾਂ ਦੀ ਜੋਤ ਮਿਲ ਗਈ। ਤੱਤਾਂ ਚ ਤੱਤ ਜਾ ਮਿਲਦੇ ਨੇ ਜੋਤੀ ਚ ਜੋਤ ਜਾ ਮਿਲਦੀ ਹੈ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੋਤੀ ਸਰੂਪ ਵਿੱਚ ਉਹਨਾਂ ਦੀ ਜੋਤ ਅਭੇਦ ਹੋ ਜਾਂਦੀ ਹੈ। ਸਤਿਗੁਰ ਕੀ ਸੇਵਾ ਅਤ ਸੁਖਾਲੀ। ਇਹ ਗੁਰੂ ਕੇ ਪਿਆਰਿਓ ਸਤਿਗੁਰੂ ਦੀ ਜਿਹੜੀ ਸੇਵਾ ਹੈ ਨਾ ਉਹ ਅਤਿਅੰਤ ਹੀ ਸੁਖਾਂ ਦੇ ਦੇਣ ਵਾਲੀ ਹੈ। ਗੁਰੂ ਕੀ ਸੇਵਾ ਹੀ ਸੁਖ ਦੇ ਦੇਣ ਵਾਲੀ ਹੈ। ਇਸ ਕਰਕੇ ਗੁਰੂ ਕੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਕੀ ਸੇਵਾ ਹੀ ਸੁਖਾਂ ਦਾ ਸਾਧਨ ਰੂਪ ਹੈ ਸੁਖ ਦੇ ਦੇਣ ਵਾਲੀ ਹੈ। ਜੋ ਇੱਛੇ ਸੋ ਫਲ ਪਾਏ ਅਤੇ ਗੁਰੂ ਕੀ ਸੇਵਾ ਕਰਨ ਕਰਕੇ ਜੋ ਮਨ ਦੀ ਇੱਛਾ ਹੋਵੇ ਨਾ ਪੂਰਨੇ ਹੋਣ ਉਹ ਸਾਰੇ ਮੇਰਾ ਸਤਿਗੁਰੂ ਪੂਰੇ ਕਰ ਦਿੰਦਾ ਹੈ। ਗੁਰੂ ਕੀ ਸੇਵਾ ਕਰਨ ਕਰਕੇ ਸਾਰੇ ਜਿਤਨੇ ਫਲ ਮਨ ਬਾਂਛੀਐ ਤਿਤਨੇ ਸਤਿਗੁਰ ਪਾਸ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਸਾਰੇ ਸੁਖ ਗੁਰੂ ਕੀ ਸੇਵਾ ਵਿੱਚੋਂ ਮਿਲਦੇ ਹਨ। ਜਤ ਸਤ ਤਪ ਪਵਿੱਤ ਸਰੀਰਾ ਉਹਨਾਂ ਨੇ ਜਾਤ ਖਾਲਸਾ ਜੀ ਰੱਖਿਆ ਹੋਵੇ ਪਵਿੱਤਰ ਸਤ ਰੱਖਿਆ ਸਤ ਪ੍ਰਤੱਖੀ ਜੀਵਨ ਬਣਾਉਣਾ ਵੀ ਚੜ੍ਹਦੀ ਕਲਾ ਤਪੱਸਿਆ ਕਰਨੀ ਘਾਲ ਕਮਾਈ ਵੀ ਥਾਏ ਤੇ ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਗਿਆ।
ਉਹਨਾਂ ਦੇ ਕੀਤੇ ਹੋਏ ਇਹ ਕਰਮ ਜਪ ਤਪ ਦੇ ਜਿਹੜੇ ਸਾਧਨ ਨੇ ਨਾ, ਉਹਨਾਂ ਦੇ ਪਵਿੱਤਰ ਨਿਰਮਲ ਹੋਏ। ਹਰ ਹਰ ਮਨ ਵਸਾਏ, ਜਿਨ੍ਹਾਂ ਨੇ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਹਰੀ ਪਰਮੇਸ਼ਰ ਹਿਰਦੇ 'ਚ ਵਸਾ ਲਿਆ ਹੈ। ਜੇ ਪਰਮੇਸ਼ਰ ਹੀ ਨਾ ਹਿਰਦੇ 'ਚ ਵਸਿਆ ਤੇ ਬਾਹਰੋਂ ਜਿੰਨੇ ਮਰਜ਼ੀ ਤਪ ਸਾਧਦਾ ਫਿਰੀ, ਤੀਰਥਾਂ ਦੇ ਤੁਰਿਆ ਫਿਰੀ, ਜਿੰਨੇ ਮਰਜ਼ੀ ਤੀਰਥ ਵਰਤੇ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਅੰਦਰ ਵੜ ਵੜ ਕੇ ਭਾਵੇਂ ਲੋਕਾਂ ਨੂੰ ਆਪਣੇ ਆਪ ਨੂੰ ਜਤੀ ਸਦਾਉਂਦਾ ਫਿਰੇ, ਪਰ ਜਤੀ ਸਦਾਵ ਹੈ ਜੁਗਤ ਨਾ ਜਾਣੈ, ਛੱਡ ਬਹੇ ਘਰ ਬਾਰ। ਐਸੀ ਹਾਲਤ ਹੁੰਦੀ ਹੈ, ਨਾ ਕੋਈ ਕਾਲ ਕਮਾਈ ਥਾਂ ਨਹੀਂ ਪੈਂਦੇ। ਜੇ ਗੁਰੂ ਕੀ ਸੇਵਾ ਕਰਦਾ ਜਿਹੜੀ, ਜੇ ਗੁਰੂ का ਉਪਦੇਸ਼ ਹਿਰਦੇ ਨੇ ਵਸਾਇਆ ਤੇ ਹਜੂਰ ਕਹਿੰਦੇ ਕੀਤੀ ਸੇਵਾ ਵੀ ਬੇਕਾਰ ਹੀ ਹੋ ਜਾਂਦੀ ਹੈ। ਜੇ ਕਾਮ ਦਾ ਫੁਰਨਾ ਵੀ ਜਾਗਦਾ ਹੈ, ਕ੍ਰੋਧ ਦੀ ਅੱਗ ਵੀ ਲਟਾ ਲਟ ਮਚਦੀ ਹੈ, ਲੋਭ ਵੀ ਮਨ ਦੁੜਾਈ ਫਿਰਦਾ, ਲੋਭ ਦਾ ਗ੍ਰਸਿਆ ਮਨ ਹੈ, ਤੇ ਫਿਰ ਹਜੂਰ ਕਹਿੰਦੇ ਹੰਕਾਰ ਵੀ ਕਰ ਲੈਣਾ, ਮੋਹ ਦਾ ਵੀ ਗ੍ਰਸਿਆ ਹੋਇਆ, ਚੁਗਲੀ ਨਿੰਦਿਆ ਸਾਰਾ ਦਿਨ ਕਰਨ ਤੋਂ ਗੁਰੇਜ ਨਹੀਂ ਕਰਦਾ। ਜਿੰਨੇ ਮਰਜੀ ਤੀਰਥ ਯਾਤਰਾ ਕਰ ਲਵੇਂ, ਜਿੰਨੇ ਮਰਜੀ ਤਪੱਸਿਆ ਸਾਧ ਲਈ, ਜਿੰਨੇ ਮਰਜੀ ਯੋਗ ਦੇ ਸਾਧਨ ਸਾਧ ਲਈ,